ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਸ਼ੁੱਕਰਵਾਰ ਵਾਲੇ ਦਿਨ ਆਪਾਂ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 98 ਤੋਂ ਅੱਗੇ ਵਿਚਾਰ ਕਰਾਂਗੇ। ਪਰ ਅੱਜ ਦੀ ਇਸ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ 29 ਜੂਨ ਜੋ ਪਰਸੋਂ ਸੀ, 15 ਹਾੜ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਮਨਾਈ ਗਈ ਹੈ। ਸੋ ਆਪਾਂ ਇਹ ਗੱਲ ਤੇ ਸਮਝਦੇ ਹੀ ਹਾਂ ਕਿ ਇੱਕ ਵਕਤ ਸੀ ਪੰਜਾਬ ਦੇ ਅੰਦਰ ਜਦੋਂ ਪੰਜਾਬ 12 ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਉਹਨਾਂ 12 ਮਿਸਲਾਂ ਵਿੱਚੋਂ ਇੱਕ ਮਿਸਲ ਸੀ ਜਿਸ ਦਾ ਨਾਮ ਸੀ ਸ਼ੁਕਰ ਚੱਕੀਆ। ਉਸ ਸ਼ੁਕਰ ਚੱਕੀਆ ਮਿਸਲ ਦੇ ਜੋ ਜਥੇਦਾਰ ਸਨ ਜਾਂ ਸਰਦਾਰ ਸਨ, ਉਹਨਾਂ ਦਾ ਨਾਮ ਸੀ ਸਰਦਾਰ ਮਹਾਂ ਸਿੰਘ। ਸਰਦਾਰ ਮਹਾਂ ਸਿੰਘ ਜੀ ਦਾ ਆਨੰਦ ਕਾਰਜ ਜੀਂਦਪਤੀ ਰਾਜਾ ਗਜਪਤ ਸਿੰਘ ਦੀ ਸੁਪੁੱਤਰੀ ਰਾਜ ਕੌਰ ਨਾਲ ਹੋਇਆ ਸੀ। ਯਾਨੀ ਜੀਂਦ ਦੇ ਮਹਾਰਾਜਾ ਉਹਨਾਂ ਦੀ ਬੇਟੀ ਨਾਲ ਸਰਦਾਰ ਮਹਾਂ ਸਿੰਘ ਦਾ ਆਨੰਦ ਕਾਰਜ ਹੋਇਆ ਸੀ। ਉਹਨਾਂ ਦੇ ਉਦਰ ਤੋਂ ਮਹਾਰਾਜਾ ਰਣਜੀਤ ਸਿੰਘ ਨੇ 2 ਨਵੰਬਰ ਸੰਨ 1780 ਨੂੰ ਜਨਮ ਲਿਆ ਸੀ, ਗੁਜਰਾਂ ਵਾਲੇ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਇਤਿਹਾਸ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਤੋਂ ਬੜੇ ਹੀ ਹੋਣਹਾਰ ਸਨ। ਸਰੀਰ ਦੇ ਬੜੇ ਫੁਰਤੀਲੇ ਸਨ ਤੇ ਹਰ ਗੱਲ ਨੂੰ ਸਮਝਣ ਲੱਗਿਆਂ ਉਹ ਦੇਰੀ ਨਹੀਂ ਸਨ ਲਾਉਂਦੇ। ਉਹਨਾਂ ਨੇ ਛੋਟੀ ਉਮਰ ਤੋਂ ਹੀ ਸ਼ਸਤਰ ਵਿੱਦਿਆ ਦਾ ਅਭਿਆਸ ਸ਼ੁਰੂ ਕੀਤਾ ਸੀ। ਘੋੜ ਸਵਾਰੀ ਉਹਨਾਂ ਦਾ ਅਤੀ ਮਨ ਭਾਉਂਦਾ ਸ਼ੌਕ ਸੀ। 10 ਸਾਲ ਦੇ ਜਦੋਂ ਹੋਏ ਸਨ ਤੇ ਇਹਨਾਂ ਦੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ। 10 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੇ ਪਿਤਾ ਜੀ ਦੀ ਥਾਂ ਤੇ ਸ਼ੁਕਰ ਚੱਕੀਆ ਮਿਸਲ ਦੇ ਜਥੇਦਾਰ ਬਣੇ ਸਨ। ਇਹਨਾਂ ਨੇ ਜਥੇਦਾਰੀ ਸੰਭਾਲਦਿਆਂ ਹੀ ਉਹ ਜਿਹੜਾ ਪੰਜਾਬ 12 ਮਿਸਲਾਂ ਵਿੱਚ ਵੰਡਿਆ ਹੋਇਆ ਸੀ, ਇਹਨਾਂ ਨੇ ਚਾਹਿਆ ਕਿ ਉਹਨਾਂ 12 ਮਿਸਲਾਂ ਨੂੰ ਇੱਕ ਕੀਤਾ ਜਾਏ ਤੇ ਸਾਰੇ ਪੰਜਾਬ ਦੇ ਅੰਦਰ ਸਿੱਖ ਸਲਤਨਤ ਕਾਇਮ ਕੀਤੀ ਜਾਏ, ਇੱਕ ਰਾਜ ਕਾਇਮ ਕੀਤਾ ਜਾਏ। ਇਸ ਕੰਮ ਲਈ ਉਹਨਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ। ਜਵਾਨੀ ਉਮਰ ਤੱਕ
ਪਹੁੰਚਦਿਆਂ ਉਹਨਾਂ ਨੇ ਕਈ ਮਿਸਲਾਂ ਵਾਲਿਆਂ ਦੇ ਨਾਲ ਪਿਆਰ ਵਧਾ ਕੇ ਆਪਣੇ ਰਿਸ਼ਤੇ ਵੀ ਬਣਾਏ, ਉਹਨਾਂ ਨੂੰ ਜਾਗੀਰਾਂ ਦੇਣ ਦਾ ਲਾਲਚ ਵੀ ਦਿੱਤਾ। ਤੇ ਤੀਸਰਾ, ਉਹਨਾਂ ਦੇ ਕੋਲ ਇੱਕ ਹੋਰ ਹਥਿਆਰ ਸੀ ਕਿ ਜੇ ਕੋਈ ਉਹਨਾਂ ਦੀ ਗੱਲ ਨਾ ਸੁਣਦਾ ਤੇ ਉਸ ਨੂੰ ਉਹ ਦਬਾ ਵੀ ਲੈਂਦੇ ਸਨ। ਸੋ ਇਹ 3 ਤਰੀਕਿਆਂ ਦੇ ਨਾਲ ਉਹਨਾਂ ਨੇ 12 ਮਿਸਲਾਂ ਦੇ ਸਰਦਾਰਾਂ ਨੂੰ ਇਕੱਠਿਆਂ ਕਰਕੇ, ਤੇ ਦੱਸਦੇ ਨੇ 19 ਕੁ ਸਾਲਾਂ ਦੀ ਉਮਰ ਸੀ ਜਦੋਂ ਉਹਨਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਸੀ। ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ, ਸਹਿਜੇ ਆਪਣੀ ਫੌਜ ਦੇ ਵਿੱਚ ਵਾਧਾ ਕੀਤਾ, ਹਥਿਆਰ ਇਕੱਠੇ ਕੀਤੇ, ਇਤਿਆਦਿਕ ਜੋ ਫੌਜ ਦਾ ਸਾਜੋ ਸਮਾਨ ਹੁੰਦਾ ਹੈ ਉਹ ਸਭ ਕੁਝ ਇਕੱਠਾ ਛੇਤੀ ਨਾਲ ਹੀ ਉਹਨਾਂ ਨੇ ਕਰ ਲਿਆ ਸੀ। ਥੋੜ੍ਹੇ ਸਮੇਂ ਵਿੱਚ ਉਹਨਾਂ ਨੇ 4 ਰਿਆਸਤਾਂ ਕਾਇਮ ਕਰ ਲਈਆਂ ਸਨ। ਪਹਿਲੀ ਰਿਆਸਤ ਜਿੱਥੇ ਉਹਨਾਂ ਨੇ ਆਪਣੀ ਰਾਜਧਾਨੀ ਬਣਾਇਆ ਉਹ ਤੇ ਸੀ ਲਾਹੌਰ, ਦੂਸਰੀ ਪੇਸ਼ਾਵਰ, ਤੀਸਰੀ ਕਸ਼ਮੀਰ ਤੇ ਚੌਥੀ ਮੁਲਤਾਨ। ਇਹ ਮਾਨੋ ਉਹਨਾਂ ਨੇ 4 ਸਟੇਟਸ ਕਾਇਮ ਕਰ ਲਈਆਂ ਸਨ ਆਪਣੇ ਰਾਜ ਦੇ ਅੰਦਰ। ਉਹਨਾਂ ਨੇ ਇੰਨੇ ਚੰਗੇ ਤਰੀਕੇ ਨਾਲ ਰਾਜ ਚਲਾਇਆ ਕਿ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਬਾਹਰ ਦਾ ਮੂਰ ਕਰਾਫਟ ਨਾਂ ਦਾ ਇੱਕ ਸੈਲਾਨੀ ਮਹਾਰਾਜੇ ਦੇ ਰਾਜ ਵਿੱਚ ਪਹੁੰਚਿਆ। ਉਸਨੇ ਆਪਣੇ ਸਫ਼ਰਨਾਮੇ ਵਿੱਚ ਲਿਖਿਆ ਕਿ ਏਸ਼ੀਆ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਜਿਹਾ ਸਿਆਣਾ ਰਾਜਾ ਮੈਂ ਕੋਈ ਨਹੀਂ ਵੇਖਿਆ। ਮਹਾਰਾਜੇ ਦੇ ਦਰਬਾਰ ਦੇ ਅੰਦਰ ਕੇਵਲ ਸਿੱਖ, ਹਿੰਦੂ ਜਾਂ ਮੁਸਲਿਮ ਹੀ ਨਹੀਂ ਸਨ ਕੰਮ ਕਰਦੇ, ਸਗੋਂ ਵੱਡੇ ਵੱਡੇ ਉੱਚ ਅਹੁਦਿਆਂ ਉੱਤੇ ਫਰਾਂਸੀਸੀ, ਇਟਾਲੀਅਨ, ਇੱਥੋਂ ਤੱਕ ਮਹਾਨ ਕੋਸ਼ ਵਿੱਚ ਲਿਖਿਆ ਕਿ ਅਮਰੀਕਨ ਲੋਕ ਵੀ ਸਨ। ਵੱਡੇ ਉੱਚੇ ਅਹੁਦਿਆਂ 'ਤੇ ਉਹ ਕੰਮ ਕਰਦੇ ਸਨ ਲੋਕ। ਸਕੂਲਾਂ ਦੀ ਪੜ੍ਹਾਈ ਲਿਖਾਈ ਦਾ ਕੰਮ ਬਹੁਤ ਚੰਗੇ ਢੰਗ ਨਾਲ ਮਹਾਰਾਜਾ ਸਾਹਿਬ ਨੇ ਚਲਾਇਆ ਸੀ। ਉਹਨਾਂ ਦੇ ਰਾਜ ਵਿੱਚ ਕਦੀ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ। ਉਹ ਇੰਨੇ ਨਿਆਂਕਾਰ ਸਨ ਕਿ ਹਰ ਛੋਟੇ ਤੋਂ ਛੋਟੇ ਵਿਅਕਤੀ ਦੀ, ਗਰੀਬ ਤੋਂ ਗਰੀਬ ਵਿਅਕਤੀ ਦੀ ਗੱਲ ਵੀ ਉਹ ਆਪ ਸੁਣਿਆ ਕਰਦੇ ਸਨ ਤੇ ਹਰ ਗੱਲ ਦਾ ਫੈਸਲਾ ਕਰਨ ਲੱਗਿਆਂ ਉਹ ਦੇਰੀ ਨਹੀਂ ਸਨ ਲਾਉਂਦੇ। ਝਟਾਪਟ ਫੈਸਲਾ ਉਸੇ ਵਕਤ ਹੀ ਉਹ ਕਰਦੇ ਸਨ। ਸੋ ਮਹਾਰਾਜਾ ਸਾਹਿਬ ਆਪਣੇ ਸਾਹਮਣੇ 29 ਜੂਨ 15 ਹਾੜ 1839 ਈਸਵੀ ਨੂੰ ਉਹਨਾਂ ਦੇ ਸਰੀਰ ਨੂੰ ਅਧਰੰਗ ਦਾ ਰੋਗ ਹੋਇਆ ਸੀ, ਜਿਸ ਰੋਗ ਦੇ ਕਾਰਨ ਉਹ ਇਸ ਨਸ਼ਵਰ ਸੰਸਾਰ ਨੂੰ ਸਦਾ ਲਈ ਵਿਦਿਆ ਲੈ ਕੇ ਚਲੇ ਗਏ ਸਨ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜੋ ਕੁਝ ਹੋਇਆ ਪੰਜਾਬ ਦੇ ਅੰਦਰ, ਉਂਝ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਏ, ਪਰ ਇੱਕ ਕਿਸੇ ਮਹਾਂਪੁਰਸ਼ ਨੇ, ਕਵੀ ਨੇ ਇਹ ਕਵਿਤਾ ਦੀਆਂ 5-4 ਲਾਈਨਾਂ ਲਿਖੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਮਹਾਰਾਜਾ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬ ਦਾ ਕੀ ਹਾਲ ਹੋਇਆ, ਇਹਨਾਂ ਲਾਈਨਾਂ ਵਿੱਚ ਉਹਨਾਂ ਨੇ ਵਰਣਨ ਕੀਤਾ ਹੈ। ਉਹ ਲਿਖਦੇ ਨੇ, ਮੋਇਆ ਜਦੋਂ ਪੰਜਾਬ ਦਾ ਮਹਾਰਾਜਾ
ਮੋਈ ਵੀਰਤਾ ਵੀਰ ਪੰਜਾਬੀਆਂ ਦੀ। ਹੁਣ ਵੇਖਿਆ ਜੇ ਕਿ ਮਹਾਰਾਜਾ ਕੱਲਾ ਨਹੀਂ ਅਕਾਲ ਚਲਾਣਾ ਕੀਤਾ, ਉਹਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਕਿੰਨਾ ਭਾਰੀ ਨੁਕਸਾਨ ਹੋਇਆ ਪੰਜਾਬ ਦਾ, ਉਹ ਕਦੇ ਪੂਰਾ ਨਹੀਂ ਹੋ ਸਕਣਾ। ਇੱਕ ਮਹਾਰਾਜੇ ਰਣਜੀਤ ਸਿੰਘ ਤੋਂ ਬਿਨਾਂ ਇਹ ਪੰਜਾਬ ਗੁਲਾਮ ਹੋਇਆ ਤੇ ਲੱਗਦਾ ਸਦੀਆਂ ਭਰ ਗੁਲਾਮ ਰਹੇਗਾ। ਪਰਮਾਤਮਾ ਕੋਈ ਚਮਤਕਾਰ ਕਰ ਦੇਵੇ ਤੇ ਪਤਾ ਨਹੀਂ, ਪਰ ਜਿਹੜੇ ਆਸਾਰ ਨੇ ਉਹ ਤੇ ਇਸ ਤਰ੍ਹਾਂ ਹੀ ਲੱਗਦੇ ਨੇ ਕਿ ਇਸ ਪੰਜਾਬ ਨੂੰ ਹੁਣ ਕਦੇ ਆਜ਼ਾਦੀ ਨਹੀਂ ਮਿਲੇਗੀ, ਕਿਉਂਕਿ ਪੰਜਾਬ ਨੂੰ ਇਸ ਢੰਗ ਨਾਲ ਵੰਡ ਦਿੱਤਾ ਗਿਆ ਹੈ, ਅੱਧਾ ਪਾਕਿਸਤਾਨੀਆਂ ਕੋਲ ਤੇ ਅੱਧਾ ਹਿੰਦੁਸਤਾਨੀਆਂ ਕੋਲ। ਕਿਵੇਂ ਆਜ਼ਾਦੀ ਪੰਜਾਬ ਨੂੰ ਮਿਲ ਸਕੇਗੀ? ਕਦੇ ਵੀ ਨਹੀਂ, ਸੋਚਿਆ ਵੀ ਨਹੀਂ ਜਾ ਸਕਣਾ ਹੁਣ। ਹਾਂ, ਜੇ ਕੋਈ ਪੰਜਾਬੀ ਲੋਕ ਹਿੰਮਤ ਕਰਕੇ ਇਸ ਹਿੰਦੁਸਤਾਨ ਵਾਲੇ ਪੰਜਾਬ 'ਚ ਕੁਝ ਆਪਣੇ ਹੱਕ ਲੈ ਵੀ ਲੈਂਦੇ ਨੇ ਤੇ ਉਹ ਪੰਜਾਬ ਦੇ ਹੱਕ ਨਹੀਂ ਹੋਣਗੇ। ਪੰਜਾਬ ਤੇ ਆਪਾਂ ਉੱਤੇ ਵੇਖ ਲਿਆ ਕਿ ਪੇਸ਼ਾਵਰ, ਕਸ਼ਮੀਰ, ਮੁਲਤਾਨ, ਲਾਹੌਰ, ਸਤਲੁਜ ਤੋਂ ਲੈ ਕੇ ਕਸ਼ਮੀਰ ਦੀਆਂ ਵਾਦੀਆਂ ਤੱਕ ਤੇ ਫਿਰ ਇੱਥੇ ਹੀ ਨਹੀਂ, ਅਫਗਾਨਿਸਤਾਨ ਦੀਆਂ ਦੀਵਾਰਾਂ ਤੱਕ ਪੰਜਾਬ ਸੀ। ਹੁਣ ਉਹ ਪੰਜਾਬ ਕਦੀ ਵੀ ਆਜ਼ਾਦ ਨਹੀਂ ਹੋਣ ਵਾਲਾ, ਕਦੀ ਵੀ ਕਿਸੇ ਇੱਕ ਖਿੱਤੇ ਦੇ ਲੋਕਾਂ ਨੂੰ ਨਹੀਂ ਮਿਲਣ ਵਾਲਾ। ਇਹ ਮਹਾਰਾਜੇ ਦੇ ਮਰਨ ਨਾਲ ਇਹ ਕੁਝ ਵਾਪਰਿਆ। ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰਤਾ ਵੀਰ ਪੰਜਾਬੀਆਂ ਦੀ। ਜਿਹੜੇ ਪੰਜਾਬੀ ਬੜੇ ਯੋਧੇ ਸਨ, ਸੂਰਬੀਰ ਸਨ, ਉਹਨਾਂ ਦੀ ਮਾਨੋ ਮਹਾਰਾਜੇ ਦੇ ਮਰਨ ਨਾਲ ਵੀਰਤਾ ਹੀ ਮਰ ਗਈ। ਔਰ ਐਸਾ ਹੋਇਆ ਕੁਛ ਹੀ ਮਹੀਨਿਆਂ ਦੇ ਅੰਦਰ ਤਕਰੀਬਨ ਮਹਾਰਾਜੇ ਦਾ ਸਾਰਾ ਪਰਿਵਾਰ ਹੀ ਖਤਮ ਕਰ ਦਿੱਤਾ ਗਿਆ। ਕੁਛ ਹੀ ਮਹੀਨਿਆਂ ਵਿੱਚ ਜਿਹੜੇ ਅੰਗਰੇਜ਼ ਸਤਲੁਜ ਤੋਂ ਕਦੀ ਪਾਰ ਕਦਮ ਨਹੀਂ ਸਨ ਰੱਖ ਸਕੇ, ਉਹ ਅੰਦਰ ਆ ਕੇ ਲਾਹੌਰ ਤੇ ਕਾਬਜ਼ ਹੋ ਗਏ। ਜਿਹਦੇ ਨਾਂ ਤੋਂ ਵੈਰੀ ਕੰਬਦੇ ਸੀ, ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ। ਸ਼ਮਸ਼ੀਰ ਦਾ ਮਤਲਬ ਹੈ ਕਿਰਪਾਨ। ਉਹ ਕਿਰਪਾਨ ਜਿਹੜੀ ਕਦੀ ਸਰਦਾਰ ਹਰੀ ਸਿੰਘ ਨਲੂਏ ਦੇ ਹੱਥ ਵਿੱਚ ਹੁੰਦੀ ਸੀ ਤੇ ਪਠਾਨੀਆਂ ਅਫਗਾਨਿਸਤਾਨ ਦੀਆਂ ਆਪਣੇ ਬੱਚਿਆਂ ਨੂੰ ਹਰੀ ਸਿੰਘ ਦਾ ਨਾਂ ਲੈ ਕੇ ਡਰਾ ਕੇ ਸੌਣ ਨੂੰ ਆਖਿਆ ਕਰਦੀਆਂ ਸਨ ਕਿ ਬੱਚਿਓ ਸੌਂ ਜਾਓ, ਨਹੀਂ ਤੇ ਹਰੀ ਸਿੰਘ ਆ ਜਾਏਗਾ, ਨਲੂਆ ਆ ਜਾਏਗਾ। ਇੰਨਾ ਡਰ ਸੀ ਸਰਦਾਰ ਹਰੀ ਸਿੰਘ ਦਾ ਪਠਾਨਾਂ ਦੇ ਮਨਾਂ ਵਿੱਚ। ਜਿਨ੍ਹਾਂ ਦੀ ਸ਼ਮਸ਼ੀਰ ਤੋਂ ਵੈਰੀ ਕੰਬਦੇ ਸੀ, ਉਹ ਸ਼ਮਸ਼ੀਰ ਹੀ ਆਂਦੇ ਨੇ ਮਹਾਰਾਜੇ ਦੇ ਮਰਨ ਨਾਲ ਟੁੱਟ ਗਈ। ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ। ਅਜੇ ਉਹਦੀ ਚਿਖਾ ਠੰਡੀ ਨਹੀਂ ਸੀ ਹੋਈ ਤੇ ਅੰਦਰ ਵੜਦੇ ਉਹਦੇ ਸਾਰੇ ਪਰਿਵਾਰ ਦੇ ਉੱਤੇ ਡਿਉਢੀ ਦਾ ਦਰਵਾਜ਼ਾ ਬੰਬ ਮਾਰ ਕੇ ਸੁੱਟਿਆ ਗਿਆ, ਜਿਹਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਤੇ ਵੱਡਾ ਲਹੂ ਡੁੱਲਿਆ। ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ। ਲਿਬੜ ਗਈ ਤਸਵੀਰ ਪੰਜਾਬੀਆਂ ਦੀ। ਜਿਹੜੀ ਤਸਵੀਰ ਪੰਜਾਬੀਆਂ ਦੀ ਮਹਾਰਾਜੇ ਨੇ ਇੰਨੀ ਸੁੰਦਰ ਬਣਾਈ ਸੀ ਕਿ ਉਹਦੇ ਰਾਜ ਵਿੱਚ ਕਿਸੇ ਨੂੰ ਸਜ਼ਾ ਨਹੀਂ ਮਿਲਦੀ। ਉਹਦੇ ਰਾਜ ਵਿੱਚ ਸਾਰੇ ਬਰਾਬਰਤਾ ਦਾ ਹੱਕ ਰੱਖਦੇ ਨੇ। ਉੱਥੇ ਕੋਈ ਮੁਸਲਿਮ, ਹਿੰਦੂ ਜਾਂ ਕਿਸੇ ਹੋਰ ਜਾਤੀ ਦੇ ਮਨੁੱਖ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਸਭ ਨੂੰ ਯੋਗ ਥਾਵਾਂ ਤੇ ਅਹੁਦੇ ਦਿੱਤੇ ਜਾਂਦੇ ਨੇ। ਇਹ ਸੋਹਣੀ ਤਸਵੀਰ ਸੀ ਪੰਜਾਬੀਆਂ ਦੀ ਬਣਾਈ ਮਹਾਰਾਜਾ ਰਣਜੀਤ ਸਿੰਘ ਨੇ, ਪਰ ਉਹ ਲਹੂ ਨਾਲ ਲਿਬੜ ਗਈ ਉਹਦੇ ਮਰਨ ਤੋਂ ਬਾਅਦ। ਤੇ ਅਖੀਰਲੀ ਪੰਕਤੀ ਤੇ ਬੜੀ ਦਿਲ ਨੂੰ ਹਿਲਾ ਦੇਣ ਵਾਲੀ ਏ। ਕਵੀ ਜੀ ਨੇ ਲਿਖਿਆ, ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ। ਚਾਹੇ ਪੰਜਾਬੀ ਹਿੰਦੂ ਹੋਣ, ਚਾਹੇ ਪੰਜਾਬੀ ਮੁਸਲਿਮ ਹੋਣ ਤੇ ਚਾਹੇ ਪੰਜਾਬੀ ਸਿੱਖ ਹੋਣ,
ਜਦੋਂ ਗੱਲ ਪੰਜਾਬੀਆਂ ਦੀ ਕੀਤੀ ਜਾਂਦੀ ਉਦੋਂ ਇਕੱਲੇ ਸਿੱਖਾਂ ਦੀ ਨਹੀਂ ਕੀਤੀ ਜਾਂਦੀ। ਇਹ ਪੰਜਾਬ ਦੇ ਵਸਨੀਕ ਜਿੰਨੇ ਵੀ ਲੋਕ ਸਨ ਸਾਰੇ ਹੀ ਪੰਜਾਬੀ ਸਨ, ਔਰ ਪੰਜਾਬੀ ਆਖਿਆ ਹੀ ਉਹਨਾਂ ਨੂੰ ਜਾਂਦਾ ਜਿਹੜੇ ਪੰਜਾਬ ਦੇ ਵਸਨੀਕ ਹੋਣ। ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ। ਸ਼ੇਰ ਤੋਂ ਮਤਲਬ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਦਾ ਜਾਹੋ ਜਲਾਲ ਤੱਕਿਆ ਨਹੀਂ ਸੀ ਜਾਂਦਾ। ਜਦੋਂ ਕਿਤੇ ਉਹ ਸਾਲਾਨਾ ਜਲੂਸ ਦੇ ਰੂਪ ਵਿੱਚ ਬਾਹਰ ਨਿਕਲਦਾ ਸੀ, ਲੋਕ ਦੂਰਾਂ ਦੂਰਾਂ ਤੋਂ ਆਉਂਦੇ ਸੀ ਸਿਰਫ ਵੇਖਣ ਵਾਸਤੇ ਉਹਦੇ ਜਾਹੋ ਜਲਾਲ ਨੂੰ। ਭਾਵੇਂ ਛੋਟੀ ਉਮਰ ਵਿੱਚ ਉਸ ਨੂੰ ਚੇਚਕ ਨਿਕਲੀ, ਜਿਸ ਨੂੰ ਆਪਾਂ ਮਾਤਾ ਵੀ ਆਖ ਦਿੰਦੇ ਹਾਂ। ਉਹਦੇ ਮੂੰਹ ਤੇ ਮਾਤਾ ਦੇ ਦਾਗ ਵੀ ਪਏ ਤੇ ਇੱਕ ਖੱਬੀ ਅੱਖ ਵੀ ਉਹਨਾਂ ਦੀ ਚਲੀ ਗਈ। ਲੇਕਿਨ ਇਤਿਹਾਸ ਲਿਖਦਾ ਹੈ ਕਿ ਉਹਨਾਂ ਦੀ ਅੱਖ ਵਿੱਚ ਅੱਖ ਨਹੀਂ ਸੀ ਪਾਈ ਜਾਂਦੀ, ਇੰਨਾ ਤੇਜ਼ ਸੀ ਉਹਨਾਂ ਦੇ ਚਿਹਰੇ ਦਾ। ਬਸ ਉਸ ਇੱਕ ਸ਼ੇਰ ਦੇ ਮਰਨ ਨਾਲ, ਚਿਖਾ ਦੇ ਵਿੱਚ ਸੜਨ ਨਾਲ ਸੜ ਗਈ ਤਕਦੀਰ ਪੰਜਾਬੀਆਂ ਦੀ। ਤੇ ਹੁਣ ਮੈਨੂੰ ਲੱਗਦਾ ਇਹ ਤਕਦੀਰ ਕਦੇ ਸੁਰਜੀਤ ਨਹੀਂ ਹੋਣ ਵਾਲੀ। ਪਰ ਆਸ ਨਹੀਂ ਛੱਡਣੀ ਚਾਹੀਦੀ, ਆਸ ਰੱਖ ਕੇ ਹੀ ਜਿੰਦਾ ਰਹਿਣਾ ਚਾਹੀਦਾ ਹੈ। ਸਾਡੇ ਸਾਹਮਣੇ ਹੀ ਹੈ ਜੋ ਕੁਝ ਹੁਣ ਹੈ, ਕਹਿਣ ਸੁਣਨ ਦੀ ਕੋਈ ਬਹੁਤੀ ਜ਼ਰੂਰਤ ਵੀ ਨਹੀਂ। ਸੋ ਇਹ ਸੀ ਮਹਾਰਾਜਾ ਰਣਜੀਤ ਸਿੰਘ, ਜਿਸ ਦਾ ਆਪਾਂ ਸੰਖੇਪ ਜਿਹਾ ਹਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤੇ ਪਰਸੋਂ ਉਹਨਾਂ ਦੀ ਬਰਸੀ ਮਨਾਈ ਗਈ। ਆਪਾਂ ਤੇ ਪਾਕਿਸਤਾਨ ਨਹੀਂ ਗਏ, ਲੇਕਿਨ ਦੱਸਦੇ ਨੇ ਉਹਨਾਂ ਦੇ ਕਿਲੇ ਦੇ ਬਾਹਰਲੇ ਪਾਸੇ ਉਹਨਾਂ ਦੀ ਸਮਾਧ ਬਣੀ ਹੋਈ ਹੈ। ਸਮਾਧ ਗੁਰਦੁਆਰਾ ਬਣਿਆ ਹੋਇਆ, ਇਸ ਤਰ੍ਹਾਂ ਆਖ ਲਈਏ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਉੱਥੇ ਹੀ ਦੀਵਾਨ ਸੱਜੇ ਸਨ ਤੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੀ ਆਖਿਆ ਜਾਂਦਾ ਹੈ। ਸੋ ਇਹੋ ਜਿਹੇ ਵਿਰਲੇ ਵਿਰਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਲੋਕ ਉਹਨਾਂ ਦੇ ਚਲੇ ਜਾਣ ਦੀ ਘਾਟ ਨੂੰ ਮਹਿਸੂਸ ਕਰਦੇ ਨੇ ਤੇ ਸਦਾ ਲਈ ਉਹਨਾਂ ਨੂੰ ਯਾਦ ਰੱਖਦੇ ਨੇ। ਉਹਨਾਂ ਵਿੱਚੋਂ ਹੀ ਹਨ ਇੱਕ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਜਿਹੜਾ ਬਾਬਾ ਫਰੀਦ ਜੀ ਦਾ ਸਲੋਕ ਹੈ, ਉਹ ਬਿਲਕੁਲ ਇਸੇ ਹੀ ਘਟਨਾ ਦੀ ਤਰਜਮਾਨੀ ਕਰਦਾ ਹੈ। ਫਰੀਦ ਜੀ ਆਖਦੇ ਨੇ, ਫਰੀਦਾ ਦਰਿਆਵੇ ਕੰਨੈ ਬਗੁਲਾ ਬੈਠਾ ਕੇਲ ਕਰੇ। ਇਹ ਉਹਨਾਂ ਨੇ ਇੱਕ ਉਦਾਹਰਨ ਲਈ ਹੈ। ਆਪਾਂ ਵੇਖਿਆ ਕਿ ਪਿੱਛੇ ਉਹਨਾਂ ਨੇ 2-3 ਉਦਾਹਰਨਾਂ ਲਈਆਂ ਸਨ। ਇੱਕ ਕਹਿ ਰਹੇ ਸੀ ਕਿ ਕੰਧੀ ਉੱਤੇ ਰੁੱਖੜਾ ਕਿਚਰਕ ਬੰਨੇ ਧੀਰ। ਦਰਿਆ ਦੇ ਕਿਨਾਰੇ ਤੇ ਰੁੱਖ ਹੋਵੇ ਤੇ ਕਿੰਨਾ ਕੁ ਚਿਰ ਉਹ ਖਲੋਤਾ ਰਹਿ ਸਕਦਾ ਹੈ। ਫਿਰ ਉਹਨਾਂ ਨੇ ਆਖਿਆ ਸੀ, ਫਰੀਦਾ ਮੌਤੇ ਦਾ ਬੰਨਾ ਏਵੇਂ ਦਿਸੈ ਜਿਉਂ ਦਰਿਆਵੇ ਢਾਹ। ਦਰਿਆ ਨੇ ਕਿਨਾਰਿਆਂ ਨੂੰ ਢਾਹ ਲਾਈ ਹੋਵੇ ਤੇ ਕਿਨਾਰੇ ਕਿੰਨਾ ਕੁ ਚਿਰ ਰੁਕ ਸਕਦੇ ਨੇ। ਅਕਸਰ ਢਹਿ ਕੇ ਵਿੱਚ ਡਿੱਗ ਪੈਣਾ ਹੁੰਦਾ ਹੈ ਤੇ ਦਰਿਆ ਦਾ ਪਾਣੀ ਉਹ ਟੱਠੇ ਹੋਏ ਕਿਨਾਰਿਆਂ ਨੂੰ ਰੋੜ ਕੇ ਅੱਗੇ ਲੈ ਜਾਂਦਾ। ਮੌਤੇ ਦਾ ਬੰਨਾ ਏਵੇਂ ਦਿਸੈ। ਫਰੀਦ ਜੀ ਆਖਦੇ ਨੇ, ਇਸ ਤਰ੍ਹਾਂ ਮੌਤ ਦਾ ਕਿਨਾਰਾ ਨਜ਼ਰ ਆ ਰਿਹਾ ਹੈ। ਪਤਾ ਹੀ ਨਹੀਂ ਹੈ ਜ਼ਿੰਦਗੀ ਕਦੋਂ। ਆਪਾਂ ਪਿੱਛੇ ਸਮਝਿਆ ਸੀ, ਕਿਆ ਪਰਵਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਣਕਾ। ਇਹਨੂੰ ਕਿੰਨਾ ਥੋੜਾ ਜਿਹੀ ਚੋਟ ਲੱਗਣੀ ਤੇ ਇਸ ਭਾਂਡੇ ਨੇ ਟੁੱਟ ਜਾਣਾ ਹੈ। ਅੱਜ ਆਖਦੇ ਨੇ, ਫਰੀਦਾ ਦਰਿਆਵੇ ਕੰਨੈ ਬਗੁਲਾ ਬੈਠਾ ਕੇਲ ਕਰੇ। ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ ਬਗਲਾ ਕੇਲ ਕਰੇ ਤੋਂ ਭਾਵੇਂ ਖੇਡਾਂ ਕਰਦਾ ਹੈ। ਖੇਡਾਂ ਕਿਹੜੀਆਂ ਕਰਦਾ? ਉੱਥੇ ਡੱਡੀਆਂ ਮੱਛੀਆਂ ਫੜਦਾ, ਪਾਣੀ 'ਚ ਦੌੜਿਆ ਫਿਰਦਾ। ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਉਹ ਤੇ ਖੇਡਾਂ ਖੇਡਦਾ ਸੀ ਪਿਆ। ਹੰਝ ਨੂੰ ਤੋਂ ਮਤਲਬ ਇਹ ਬਗਲੇ ਨੂੰ, ਚਿੱਟੇ ਰੰਗ ਦਾ ਬਗਲਾ ਹੁੰਦਾ ਹੈ, ਉਸ ਨੂੰ ਹੰਸ ਤਰ੍ਹਾਂ ਇੱਥੇ ਵਰਣਨ ਕੀਤਾ ਗਿਆ।
ਅਚਿੰਤੇ ਬਾਜ ਪਏ, ਆਖਰ ਮੌਤ ਤੇ ਹਰ ਇੱਕ ਦੀ ਆਉਣੀ ਹੈ। ਚਾਹੇ ਕੋਈ ਪਸ਼ੂ ਹੈ, ਕੋਈ ਪੰਛੀ ਹੈ, ਕੋਈ ਮਨੁੱਖ ਹੈ, ਕਿਸੇ ਜਾਮੇ 'ਚ ਮੌਤ ਤੇ ਹਰ ਹਾਲਤ ਵਿੱਚ ਹਰ ਇੱਕ ਦੀ ਹੋਣੀ ਹੈ। ਇੱਕ ਵਿਦਵਾਨ ਇੱਥੋਂ ਤੱਕ ਲਿਖਦੇ ਨੇ ਕਿ ਜੋ ਕੁਝ ਸਾਨੂੰ ਦਿਸਦਾ ਹੈ ਤੇ ਜਿਸ ਨੂੰ ਅਸੀਂ ਛੂਹ ਸਕਦੇ ਹਾਂ, ਉਹ ਸਦਾ ਰਹਿਣ ਵਾਲਾ ਨਹੀਂ। ਉਹ ਕੁਝ ਵੀ ਹੋਵੇ, ਜੋ ਸਾਨੂੰ ਨਜ਼ਰ ਆਉਂਦਾ ਹੈ ਤੇ ਜਿਸ ਨੂੰ ਅਸੀਂ ਛੂਹ ਸਕਦੇ ਹਾਂ, ਉਹ ਸਦਾ ਰਹਿਣ ਵਾਲਾ ਨਹੀਂ। ਤੇ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਤੇ ਜਿਹੜਾ ਸਾਨੂੰ ਦਿਸਦਾ ਨਹੀਂ, ਉਸ ਦੀ ਵੀ ਹੈ। ਬਸ ਗੁਰਬਾਣੀ ਸਾਨੂੰ ਬਾਰ-ਬਾਰ ਇਹੋ ਹੀ ਕਹਿ ਰਹੀ ਹੈ, ਨਿਰਆਕਾਰ ਨਾਲ ਜੁੜੋ। ਜਿਹੜਾ ਦਿਸਦਾ ਨਹੀਂ, ਜਿਸ ਨੂੰ ਛੂਹਿਆ ਨਹੀਂ ਜਾ ਸਕਦਾ, ਉਹਦੇ ਨਾਲ ਜੁੜੋ। ਫਿਰ ਤੁਸੀਂ ਵੀ ਸਦਾ ਲਈ ਅਮਰ ਹੋ ਜਾਓਗੇ। ਤੇ ਜੇ ਅਸੀਂ ਇਹਨਾਂ ਦਿਸਣ ਵਾਲੀਆਂ ਚੀਜ਼ਾਂ ਨਾਲ ਜੁੜੇ ਰਹੇ, ਜਿਨ੍ਹਾਂ ਵਿੱਚੋਂ ਸਾਡਾ ਸਰੀਰ ਵੀ ਹੈ, ਜਿਸ ਨੂੰ ਛੂਹਿਆ ਜਾ ਸਕਦਾ ਹੈ, ਜੇ ਇਹਨਾਂ ਚੀਜ਼ਾਂ ਨਾਲ ਜੁੜੇ ਰਹੇ ਤੇ ਅਸੀਂ ਸਦਾ ਨਹੀਂ ਰਹਿ ਪਾਵਾਂਗੇ। ਇਹਨਾਂ ਭਾਂਡਿਆਂ ਨੇ ਟੁੱਟ ਹੀ ਜਾਣਾ, ਇਹਨਾਂ ਨੂੰ ਅਚਿੰਤੇ ਬਾਜ ਪੈਣੇ ਹੀ ਪੈਣੇ ਨੇ। ਬਾਜ ਪਏ ਤੇ ਰੱਬ ਦੇ ਕੇਲਾਂ ਵਿਸਰੀਆਂ। ਉਹ ਜਿਹੜੇ ਮੌਤ ਰੂਪੀ ਬਾਜ ਪਰਮਾਤਮਾ ਵੱਲੋਂ ਜਦੋਂ ਮੌਤ ਦਾ ਸੱਦਾ ਆਉਂਦਾ ਤੇ ਕੋਈ ਬਹਾਨਾ ਬਣਨਾ ਹੁੰਦਾ, ਉਸ ਬਹਾਨੇ ਨੂੰ ਇੱਥੇ ਮੌਤ ਰੂਪੀ ਬਾਜ ਆਖਿਆ ਗਿਆ। ਬਹਾਨਾ ਬਿਮਾਰੀ ਬਣ ਸਕਦੀ ਹੈ, ਬਹਾਨਾ ਐਕਸੀਡੈਂਟ ਬਣ ਸਕਦਾ ਹੈ, ਬਹਾਨਾ ਕੁਝ ਵੀ ਹੋ ਸਕਦਾ। ਉਹਨੂੰ ਇੱਥੇ ਮੌਤ ਰੂਪੀ ਬਾਜ ਆਖਿਆ ਗਿਆ। ਉਸ ਬਹਾਨੇ ਨੂੰ ਜਦੋਂ ਮੌਤ ਰੂਪੀ ਬਾਜ ਨੇ ਪੈਣਾ ਹੈ ਤੇ ਕੇਲਾਂ ਜਿਹੜੀਆਂ ਖੇਡਾਂ ਨੇ ਉਹ ਵਿਸਰ ਜਾਣੀਆਂ ਨੇ। ਇੱਥੇ ਬਗਲਿਆਂ ਦੀਆਂ ਖੇਡਾਂ ਦੀ ਗੱਲ ਨਹੀਂ। ਅਸਲ ਵਿੱਚ ਅਸੀਂ ਸਾਰੇ ਹੀ ਇਸ ਸੰਸਾਰਿਕ ਖੇਡ ਵਿੱਚ ਲੱਗੇ ਹੋਏ ਹਾਂ। ਉਹ ਖੇਡ ਜਿਹੜੀ ਮੌਤ ਰੂਪੀ ਬਾਜ ਦੇ ਪੈਣ ਨਾਲ ਖਿੱਲਰ ਜਾਣੀ ਹੈ, ਸਦਾ ਇਹ ਖੇਡ ਨਹੀਂ ਰਹਿਣੀ। ਜਦੋਂ ਇਹ ਖੇਡਾਂ ਵਿਸਰ ਜਾਂਦੀਆਂ ਨੇ, ਜਦੋਂ ਮੌਤ ਦਾ ਸੱਦਾ ਆਉਂਦਾ ਹੈ, ਸਭ ਕੁਝ ਮਨੁੱਖ ਨੂੰ ਭੁੱਲ ਜਾਂਦਾ, ਉਦੋਂ ਫਿਰ ਉਹਨੂੰ ਆਪਣਾ ਆਪਾ ਚੇਤੇ ਆਉਣਾ ਸ਼ੁਰੂ ਹੁੰਦਾ ਹੈ। ਲੇਕਿਨ ਵਕਤ ਹੱਥੋਂ ਬੀਤ ਗਿਆ ਹੁੰਦਾ। ਹੁਣ ਕੀ ਹੋ ਸਕਦਾ ਹੈ? ਸਾਰੀ ਜ਼ਿੰਦਗੀ ਅਸੀਂ ਇਹ ਮਾਇਆ ਦੀ ਖੇਡ ਖੇਡਦਿਆਂ ਗੁਜ਼ਾਰ ਲਈ ਤੇ ਅਖੀਰ ਜਦੋਂ ਸੱਦਾ ਆਇਆ, ਉਦੋਂ ਤੇ ਭਾਈ ਚੱਲਣਾ ਹੀ ਪੈਣਾ ਹੈ। ਉਦੋਂ ਕਿਸੇ ਨੇ ਨਹੀਂ ਪੁੱਛਣਾ ਕਿ ਤੂੰ ਕੀ ਕੀਤਾ ਤੇ ਕੀ ਨਹੀਂ ਕੀਤਾ, ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚੱਲੋ ਸਿਤਾਬ ਦੀਵਾਨ ਬੁਲਾਇਆ। ਹੁਣ ਤੇ ਭਾਈ ਸੱਦਾ ਆ ਗਿਆ, ਚੱਲ। ਫਿਰ ਫਰੀਦ ਜੀ ਆਖਦੇ, ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਕੀ ਕਦੀ ਸੋਚਿਆ ਜਾ ਸਕਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਤਰ੍ਹਾਂ ਨਸ਼ਟ ਹੋ ਜਾਏਗਾ ਜਿਸ ਤਰ੍ਹਾਂ ਹੋਇਆ? ਕਦੀ ਨਹੀਂ ਸੀ ਸੋਚਿਆ ਜਾ ਸਕਦਾ। ਇੰਨਾ ਪਾਏਦਾਰ ਉਹਦਾ ਰਾਜ, ਔਰ ਇੰਨੇ ਚੰਗੇ ਜਰਨੈਲ ਜੋ ਮਹਾਰਾਜੇ ਦੇ ਇੱਕ ਇਸ਼ਾਰੇ ਉੱਤੇ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹੁੰਦੇ ਸਨ। ਕੀ ਸੋਚਿਆ ਜਾ ਸਕਦਾ ਸੀ ਉਹਦਾ ਰਾਜ ਇੰਨੀ ਛੇਤੀ ਨਾਲ ਖਤਮ ਹੋ ਜਾਏਗਾ? ਇਹਨੂੰ ਹੀ ਆਖਿਆ ਫਰੀਦ ਜੀ ਨੇ, ਜੋ ਮਨ ਚੇਤਨ ਨਾ ਚੇਤੇ ਸਨ। ਜਿਹੜੀਆਂ ਗੱਲਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਵੇਖੀਆਂ, ਸੋ ਗਾਲੀ ਰੱਬ ਕੀਆਂ। ਰੱਬ ਨੇ ਉਹ ਗੱਲਾਂ ਕਰ ਦਿੱਤੀਆਂ। 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਇਹ ਕਹਿ ਕੇ ਮੈਂ ਸਮਾਪਤੀ ਕਰਦਾ ਹਾਂ। ਨਰ ਚਾਹਤ ਕਾਛੇ ਔਰੈ ਕੀ ਔਰੈ ਪਈ। ਮਨੁੱਖ ਕੀ ਚਾਹੁੰਦਾ ਆਪਾਂ ਸਾਰੇ ਹੀ ਜਾਣਦੇ ਹਾਂ। ਸਾਡੀਆਂ ਆਸ਼ਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਇੱਕ ਪੂਰੀ ਹੁੰਦੀ, ਉਹਦੀ ਥਾਂ ਤੇ 10 ਹੋਰ ਖੜੀਆਂ ਹੋ ਜਾਂਦੀਆਂ ਨੇ। ਨਰ ਚਾਹਤ ਕਾਛੇ ਔਰ, ਮਨੁੱਖ ਤੇ ਚਾਹੁੰਦਾ ਹੈ ਕਿ ਮੈਂ ਹੋਰ ਰਾਜ ਭਾਗ ਦਾ ਮਾਲਕ ਬਣ ਜਾਵਾਂ। ਇੱਥੋਂ ਤੱਕ ਸਿਕੰਦਰ ਵਰਗੇ ਚਾਹੁੰਦੇ ਸਨ ਕਿ ਸਾਰੀ ਧਰਤੀ ਦਾ ਹੀ ਰਾਜ ਮੇਰੇ ਹੱਥ ਲੱਗ ਜਾਏ। ਮਨੁੱਖ ਦਾ ਪੇਟ ਨਹੀਂ ਭਰਦਾ, ਮਨੁੱਖ ਦੀ ਤ੍ਰਿਸ਼ਨਾ ਨਹੀਂ ਬੁਝਦੀ। ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੈ, ਪਰੇ ਪਰੇ ਹੀ ਕੋ ਲੂਜੀ ਹੈ। ਲੇਕਿਨ ਗੁਰੂ ਸਾਹਿਬ ਆਖਦੇ ਨੇ, ਔਰੈ ਕੀ ਔਰੈ ਭਾਈ। ਸੋਚਿਆ ਕੁਝ ਹੋਰ ਸੀ, ਹੋ ਕੁਝ ਹੋਰ ਜਾਂਦਾ ਹੈ।
ਚਿਤਵਤ ਰਹਿਓ ਠਗੌਰ। ਠਗੌਰ ਦਾ ਮਤਲਬ ਹੈ ਠੱਗੀਆਂ ਠੋਰੀਆਂ। ਮਨੁੱਖ ਸਾਰੀ ਜ਼ਿੰਦਗੀ ਇਹੋ ਹੀ ਸੋਚਦਾ ਰਹਿੰਦਾ, ਉਹਦੇ ਨਾਲ ਠੱਗੀ ਕਰ ਲਾਂ, ਉਹਦੇ ਨਾਲ ਧੋਖਾ ਕਰ ਲਾਂ, ਉੱਥੋਂ ਫੜ ਲਾਂ, ਉੱਥੋਂ ਖੋਹ ਲਾਂ, ਆਪਣਾ ਬਣਾ ਲਾਂ, ਇਹੋ ਹੀ ਚਿਤਵਦਾ ਰਹਿੰਦਾ। ਨਾਨਕ ਫਾਸੀ ਗੱਲ ਭਰੀ। ਪਤਾ ਵੀ ਨਹੀਂ ਲੱਗਦਾ ਜਦੋਂ ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਰੱਬ ਦੇ ਬਾਜ ਆਣ ਪੈਂਦੇ ਨੇ, ਉਹ ਖੇਡਾਂ ਸਾਰੀਆਂ ਵਿਸਰ ਜਾਂਦੀਆਂ ਨੇ ਤੇ ਜਮਾਂ ਦੀ ਫਾਹੀ ਗਲ ਵਿੱਚ ਪੈ ਜਾਂਦੀ ਏ। ਫਿਰ ਉਹ ਜਿਹੜੀ ਫਾਹੀ ਗਲ ਵਿੱਚ ਪੈਂਦੀ ਏ, ਉਹ ਫਿਰ ਸ਼ਾਇਦ ਕਦੇ ਹੀ ਨਿਕਲੇ, ਕਿਉਂਕਿ 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਏਂਦਾ। ਇਹ ਜੇ ਮੌਕਾ ਹੱਥੋਂ ਨਿਕਲ ਗਿਆ ਤੇ ਸ਼ਾਇਦ ਦੁਬਾਰਾ ਫਿਰ ਛੇਤੀ ਨਾਲ ਹੱਥ ਨਹੀਂ ਆਉਣਾ। ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਯਤਨ ਕਰੀਏ, ਕੋਸ਼ਿਸ਼ ਕਰੀਏ, ਆਪਣੇ ਇਸ ਮਨੁੱਖਾ ਜਾਮੇ ਨੂੰ ਸੰਭਾਲੀਏ, ਇਹਦੇ ਸਮੇਂ ਨੂੰ ਸੰਭਾਲੀਏ। ਤੇ ਸਮਾਂ ਸੰਭਾਲਿਆ ਜਾਣਾ ਕੇਵਲ ਪ੍ਰਭੂ ਦੀ ਭਗਤੀ ਦੁਆਰਾ। ਭਗਤੀ ਕਰਿਆ ਕਰੀਏ, ਵਾਹਿਗੁਰੂ ਜੀ ਦੇ ਨਾਮ ਦਾ ਜਪ, ਸਿਮਰਨ, ਧਿਆਨ, ਇਹ ਸਭ ਕੁਝ ਕਰਨ ਯੋਗ ਹੈ ਸਾਡੇ। ਸਾਨੂੰ ਇਹ ਕਰਨਾ ਚਾਹੀਦਾ ਹੈ। ਇਹਦੇ ਕਰਨ ਨਾਲ ਹੀ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣ ਸਕਣਾ ਹੈ। ਗੁਰੂ ਮਹਾਰਾਜ ਜੀ ਨੇ ਬਚਨ ਲਿਖੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਇਸ ਸਾਧੂਆਂ ਦੀ ਸੰਗਤ ਵਿੱਚ ਆ ਕੇ, ਇੱਥੋਂ ਸਿੱਖਿਆ ਪਾ ਕੇ ਨਾਮ ਸਿਮਰਨ ਦੀ, ਨਾਮ ਸਿਮਰਨ ਕਰ ਲਵਾਂਗੇ ਤੇ ਯਾਤਰਾ ਸਫਲ ਹੋ ਜਾਏਗੀ। ਨਹੀਂ ਤੇ ਸਾਡੀ ਯਾਤਰਾ ਅਸਫਲ ਤਾਂ ਹੈ ਹੀ ਏ, ਇਹਦੇ 'ਚ ਕੋਈ ਸ਼ੱਕ ਨਹੀਂ। ਯਤਨ ਕਰੀਏ, ਆਪਣੀ ਯਾਤਰਾ ਨੂੰ ਸਫਲ ਕਰਕੇ ਇਸ ਸੰਸਾਰ ਤੋਂ ਜਾਈਏ। ਇੰਨੇ ਕੁ ਬਚਨ ਅੱਜ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।